ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਸਤਿ ਸ਼੍ਰੀ ਅਕਾਲ ਜੀ। ਸਿਟੀ ਲਾਈਵ ਵੱਲੋਂ ਤੁਹਾਨੂੰ ਅੱਜ ਰੂਬਰੂ ਕਰਵਾਉਣ ਜਾ ਰਹੇ ਹਾਂ ਜ਼ਿਲ੍ਹਾ ਮਹਿਲਾ ਕਾਂਗਰਸ ਕਮੇਟੀ ਲੁਧਿਆਣਾ ਦੇ ਨਾਰਥ ਬਲਾਕ 1 ਦੇ ਪ੍ਰਧਾਨ ਮਨੀਸ਼ਾ ਕਪੂਰ ਜੀ ਦੇ ਨਾਲ। ਆਓ ਗੱਲਬਾਤ ਕਰਦੇ ਹਾਂ ਮਨੀਸ਼ਾ ਜੀ ਦੇ ਨਾਲ ਹਾਥਰਸ ਦੇ ਮੁੱਦੇ ਦੇ ਉੱਤੇ। ਸਭ ਤੋਂ ਪਹਿਲਾਂ ਤਾਂ ਸਿਟੀ ਲਾਈਵ ਕਰਨਿਓ ਜੈ ਭੀਮ ਜੈ ਭਾਰਤ। ਸਤਿ ਸ਼੍ਰੀ ਅਕਾਲ। ਜੈ ਭੀਮ ਜੈ ਭਾਰਤ। ਮਨੀਸ਼ਾ ਜੀ, ਜੇਕਰ ਗੱਲ ਕੀਤੀ ਜਾਵੇ ਅੱਜ ਦੇ ਸਮੇਂ ਦੀ ਔਰ ਅੱਜ ਤੋਂ 1 ਸਾਲ ਪਹਿਲਾਂ ਵੀ ਤੁਹਾਡੇ ਨਾਲ ਇਸੇ ਪ੍ਰਕਾਰ ਦੇ ਇੱਕ ਮੁੱਦੇ ਦੇ ਉੱਤੇ ਸਿਟੀ ਲਾਈਵ ਦੀ ਜਿਹੜੀ ਟੀਮ ਹੈ ਤੁਹਾਡੇ ਕੋਲ ਪਹੁੰਚੀ ਸੀ ਤੇ ਅੱਜ ਬੜਾ ਹੀ ਦੁੱਖ ਹੋ ਰਿਹਾ ਕਿ ਦੁਬਾਰਾ ਫਿਰ ਅੱਜ ਜੇਕਰ ਆਪਾਂ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਾਂ ਤਾਂ ਸੇਮ ਉਸੇ ਪ੍ਰਕਾਰ ਦਾ ਸੇਮ ਮੁੱਦਾ ਹੈ ਜਿਸ ਦੇ ਵਿੱਚ ਹਾਥਰਸ ਦੀ ਘਟਨਾ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਬੱਚੀ ਮਨੀਸ਼ਾ ਦੇ ਨਾਲ ਕੀ ਹੋਇਆ ਔਰ ਸਾਡੇ ਯੋਗੀ ਜੀ ਨੇ ਇੱਕ ਜੋ ਬਿਆਨ ਦਿੱਤਾ ਉਸ ਦੇ ਵਿੱਚ ਕਿ ਠਾਕੁਰਾਂ ਦਾ ਖੂਨ ਗਰਮ ਹੁੰਦਾ ਹੈ ਤੇ ਇਸ ਸੰਬੰਧ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ? ਮੈਂ ਤਾਂ ਯੋਗੀ ਜੀ ਨੂੰ ਕਹੂੰਗੀ ਕਿ ਪਹਿਲਾਂ ਤਾਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਠਾਕੁਰਾਂ ਦਾ ਖੂਨ ਗਰਮ ਹੁੰਦਾ, ਤੁਸੀਂ ਜਾਤੀਵਾਦ ਪੈਦਾ ਹੀ ਕਿਉਂ ਕਰ ਰਹੇ ਹੋ ਜੀ? ਇੱਕ ਬੇਟੀ ਦੇ ਨਾਲ, ਇੱਕ ਭੈਣ ਦੇ ਨਾਲ ਇਹ ਚੀਜ਼ ਹੋਈ ਹੈ ਔਰ ਮੈਂ ਇਹ ਕਹੂੰਗੀ ਕਿ ਜੋ ਇਹ ਰੇਪ ਹੋਇਆ ਸਾਨੂੰ ਇਹ ਵਰਡ ਕਹਿੰਦੇ ਬੋਲਣ ਵਕਤ ਵੀ ਸ਼ਰਮ ਆਉਂਦੀ ਹੈ ਜੀ। ਤੇ ਜੇਕਰ ਉਹ ਇਹ ਚੀਜ਼ ਕਹਿੰਦੇ ਨੇ ਕਿ ਠਾਕੁਰਾਂ ਦਾ ਖੂਨ ਗਰਮ ਹੁੰਦਾ, ਖੂਨ ਭਰਾਵਾਂ ਦਾ ਵੀ ਗਰਮ ਹੁੰਦਾ, ਖੂਨ ਫਾਦਰ ਦਾ ਵੀ ਗਰਮ ਹੁੰਦਾ, ਖੂਨ ਸਾਰਿਆਂ ਦਾ ਗਰਮ ਹੁੰਦਾ, ਪਰ ਇਹ ਚੀਜ਼ ਇਹ ਕਿਹੜਾ ਬਿਆਨ ਹੋਇਆ ਕਿ ਕੁੜੀਆਂ ਦੇ ਲਈ ਕਿ ਜੀ ਠਾਕੁਰਾਂ ਦਾ ਖੂਨ ਗਰਮ ਸੀ? ਮੈਂ ਇਸ ਚੀਜ਼ ਦੇ ਇਸ ਬਿਆਨ ਦੇ ਲਈ ਪੂਰੀ ਤਰ੍ਹਾਂ ਨਿੰਦਾ ਕਰਦੀ ਹਾਂ ਔਰ ਮੈਂ ਪੂਰੀ ਨਾਰੀ ਸ਼ਕਤੀ ਨੂੰ ਕਹਾਂਗੀ ਕਿ ਜਿੰਨਾ ਵੱਧ ਤੋਂ ਵੱਧ ਇਸ ਬਿਆਨ ਦੇ ਉੱਤੇ ਅਸੀਂ ਨਿੰਦਾਯੋਗ ਅਸੀਂ ਕਦਮ ਚੱਕ ਸਕਦੇ ਹਾਂ, ਅਸੀਂ ਚੱਕੀਏ ਜੀ। ਔਰ ਜਿੱਥੇ ਇਹ ਤੁਸੀਂ ਹੁਣੇ ਗੱਲ ਕਰੀਏ ਕਿ ਮਹਿਲਾਵਾਂ ਨੂੰ ਤੁਸੀਂ ਕਹੋਗੇ ਕਿ ਜਿੰਨੇ ਜ਼ਿਆਦਾ ਸਖਤ ਕਦਮ ਅਸੀਂ ਚੁੱਕ ਸਕਦੇ ਹਾਂ ਚੁੱਕੇ, ਪਰ ਆਪਾਂ ਸਿਰਫ ਪੰਜਾਬ ਹੀ ਨਹੀਂ ਪੂਰੇ ਭਾਰਤ ਵਿੱਚ ਦੇਖਿਆ ਗਿਆ ਹੈ ਕਿ ਆਪਾਂ ਕੈਂਡਲ ਮਾਰਚ ਕਰੀਏ ਨਾ। ਔਰ ਤੁਸੀਂ ਆਪਣੇ ਫੇਸਬੁੱਕ 'ਤੇ ਵੀ ਕੈਂਡਲ ਮਾਰਚ ਦੇ ਉੱਤੇ ਇੱਕ ਗੱਲ ਕਹੀ ਸੀ। ਅਸੀਂ ਚਾਹਾਂਗੇ ਕਿ ਇਸ ਸੰਬੰਧ ਦੇ ਵਿੱਚ, ਕਿਉਂਕਿ ਦੁਸ਼ਹਿਰੇ ਦੇ ਦਿਨ ਨੇ ਜਦੋਂ ਕਿ ਸੀਤਾ ਹਰਨ ਤੋਂ ਬਾਅਦ ਰਾਵਣ ਦੇ ਪੁਤਲੇ ਅੱਜ ਸਿਰਫ ਜ਼ਿਲ੍ਹਿਆਂ ਵਿੱਚ ਹੀ ਨਹੀਂ ਇੱਕ ਮੁਹੱਲੇ ਵਿੱਚ ਜਲਾਏ ਜਾਂਦੇ ਨੇ, ਤਾਂ ਹਾਥਰਸ ਦੀਆਂ ਘਟਨਾਵਾਂ ਤੋਂ ਬਾਅਦ ਸਾਡੀਆਂ ਬੱਚੀਆਂ ਦੇ ਉੱਤੇ ਜੋ ਅਤਿਆਚਾਰ ਹੋ ਰਿਹਾ ਉਹਦੇ ਲਈ ਅਸੀਂ ਸਿਰਫ ਤੇ ਸਿਰਫ ਕੈਂਡਲ ਮਾਰਚ ਤੱਕ ਸੀਮਿਤ ਕਿਉਂ ਹਾਂ? ਮੈਮ ਇਸ ਤਰ੍ਹਾਂ ਗੱਲ ਹੁੰਦੀ ਹੈ ਕਿ ਕੈਂਡਲ ਮਾਰਚ ਕਿਸੇ ਨੂੰ ਸ਼ਰਧਾਂਜਲੀ ਦੇਣਾ ਹੁੰਦੀ ਹੈ ਜੀ। ਅੱਜ ਅਸੀਂ ਸਾਰੇ ਕੈਂਡਲ ਮਾਰਚ ਇਸ ਕਰਕੇ ਕਰ ਰਹੇ ਹਾਂ, ਚਾਹੇ ਉਹ ਇੱਕ ਗਲੀ 'ਚ ਹੋ ਰਿਹਾ, ਚਾਹੇ ਉਹ ਕਿਸੇ ਬਹੁਤ ਬੜੇ ਲੈਵਲ 'ਤੇ ਹੋ ਰਿਹਾ, ਬਟ ਅਸੀਂ ਇੱਕ ਯੂਨਿਟੀ ਸ਼ੋਅ ਕੀਤੀ ਹੈ ਕਿ ਅਸੀਂ ਉਸ ਬੱਚੀ ਦੇ ਨਾਲ ਖੜੇ ਹਾਂ। ਇੱਕ ਯੂਨਿਟੀ ਨੂੰ ਸ਼ੋਅ ਕਰਨਾ ਕਹਿੰਦੇ ਅੱਜ ਦੇ ਟਾਈਮ 'ਤੇ ਇਕੱਠ ਨੂੰ ਦਿਖਾਉਣਾ ਵੀ ਬਹੁਤ ਜ਼ਰੂਰੀ ਹੈ। ਬਾਕੀ ਦਿਲ ਦੇ ਵਿੱਚ ਸਾਰਿਆਂ ਦੇ ਬਹੁਤ ਦੁੱਖ ਹੈ। ਅੱਜ ਤੁਸੀਂ ਲਗਾ ਲਓ ਕਿ ਕਿੰਨਾ ਟਾਈਮ ਹੋ ਗਿਆ ਉਸ ਕੇਸ ਨੂੰ। ਬਟ ਮੈਡਮ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਕੈਂਡਲ ਮਾਰਚ ਦਿਖਾਉਂਦੇ ਆ, ਤੁਸੀਂ ਯੂਨਿਟੀ ਦਿਖਾਉਣਾ ਚਾਹੁੰਦੇ ਹੋ, ਪਰ ਯੂਨਿਟੀ ਦਾ ਕੈਂਡਲ ਮਾਰਚ ਕਰੀਏ ਤਾਂ ਯੂਨਿਟੀ ਦੀ ਜੋ ਆਪਾਂ ਗੱਲ ਕਰੀਏ ਕਿ ਸਰਕਾਰ ਕੰਨਿਓ ਹੁਣੇ ਅਨਾਉਂਸ ਹੋਇਆ 25 ਲੱਖ ਰੁਪਏ ਦੀ ਅਮਾਊਂਟ ਉਸ ਪਰਿਵਾਰ ਨੂੰ ਵਿੱਤ ਦੇ ਲਈ ਹੈ ਨਾ, ਤੇ ਕੀ ਉਸ 25 ਲੱਖ ਰੁਪਏ ਇਹ ਆਪਾਂ ਇਹ ਕਹੀਏ ਕਿ ਯੂਨਿਟੀ ਨੇ 25 ਲੱਖ ਰੁਪਏ ਦੀ ਅਮਾਊਂਟ ਦਵਾਈ ਹੈ ਕਿ ਉਹ 25 ਲੱਖ ਦੇ ਨਾਲ ਉਸ ਬੱਚੀ ਦੀ ਜਾਨ, ਉਸ ਬੱਚੀ ਦੀ ਇੱਜ਼ਤ ਵਾਪਸ ਆ ਜਾਏਗੀ? ਸਰ ਪਹਿਲੀ ਗੱਲ ਤਾਂ ਮੈਮ ਮੈਂ ਇਹ ਗੱਲ ਕਹੂੰਗੀ ਕਿ ਸੋਸ਼ਲ ਮੀਡੀਆ ਇੱਕ ਬਹੁਤ ਸੋਲਿਡ ਸੋਰਸ ਹੈ ਜੀ ਆਪਣੀ ਆਵਾਜ਼ ਨੂੰ ਰੱਖਣ ਦਾ, ਆਪਣੀ ਗੱਲ ਨੂੰ ਰੱਖਣ ਦਾ। ਮੈਂ ਪਹਿਲਾਂ ਤਾਂ ਸੋਸ਼ਲ ਮੀਡੀਆ, ਜਿਵੇਂ ਤੁਸੀਂ ਵੀ ਇੱਕ ਆਪਣਾ ਚੈਨਲ ਸਿਟੀ ਚੈਨਲ ਚਲਾ ਰਹੇ ਹੋ, ਪਹਿਲਾਂ ਤਾਂ ਤੁਹਾਡਾ ਵੀ ਧੰਨਵਾਦ ਕਰੂੰਗੀ ਕਿ ਤੁਸੀਂ ਮੇਰੇ ਵਿਊਜ਼ ਲੈਣ ਆਏ। ਮੈਂ ਕਹੂੰਗੀ ਕਿ ਸੋਸ਼ਲ ਮੀਡੀਆ ਇੱਕ ਸੋਰਸ ਹੈ। ਸੋਸ਼ਲ ਮੀਡੀਆ ਦੇ ਰਾਹੀਂ ਚਾਹੇ ਉਹ ਇੱਕ ਬੱਚਾ ਕੈਂਡਲ ਲੈ ਕੇ ਕਰ ਰਿਹਾ, ਚਾਹੇ ਉਹ ਬੜਾ ਕੈਂਡਲ ਲੈ ਕੇ ਕਰ ਰਿਹਾ, ਅੱਜ ਇੱਕ ਮਾਰਚ ਕੈਂਡਲ ਮਾਰਚ ਨੂੰ ਦੇਖ ਕੇ ਦੂਸਰਾ ਬੰਦਾ ਵੀ ਕਰ ਰਿਹਾ, ਚਾਹੇ ਉਹ ਦੇਖ ਕੇ ਹੀ ਕਿਉਂ ਨਹੀਂ ਕਰ ਰਿਹਾ, ਬਟ ਇਸ ਚੀਜ਼ ਦਾ ਅਸਰ ਛੋਟੇ ਬੱਚਿਆਂ 'ਤੇ ਵੀ ਜਾ ਰਿਹਾ ਹੈ। ਉਹਨਾਂ ਨੂੰ ਲੱਗ ਰਿਹਾ ਕਿ ਕੈਂਡਲ ਮਾਰਚ ਤਾਂ ਮੈਡਮ ਕਠੂਆ ਕੇਸ 'ਤੇ ਵੀ ਹੋਇਆ ਸੀਗਾ, ਉਸ ਤੋਂ ਬਾਅਦ ਹੁਣ ਦੇਖੀ 1 ਸਾਲ ਹੋ ਗਿਆ ਹੈ ਨਾ। ਆਪਾਂ ਮਤਲਬ ਕਹਿਣ ਦਾ ਭਾਵ ਇਹ ਕਿ ਆਪਾਂ ਦੁਬਾਰਾ ਕੈਂਡਲ ਮਾਰਚਾਂ ਤੱਕ ਹੀ ਸੀਮਿਤ ਰਹਿ ਗਏ ਆ। ਉਦੋਂ ਵੀ ਯੂਨਿਟੀ ਆਪਾਂ ਦਿਖਾਈ ਹੈ, ਹੁਣ ਵੀ ਦਿਖਾਈ ਹੈ। ਦੇਖੋ ਨਿਰਭਇਆ ਕਾਂਡ ਹੋਇਆ ਸੀ ਜੀ, ਉਹਦੇ ਵਿੱਚ ਮੈਡਮ ਜਿਹੜੀ ਵਕੀਲ ਸਾਹਿਬਾ ਸੀਗੇ ਉਹਨਾਂ ਨੇ ਕੇਸ ਲੜਿਆ। ਉਸ ਤੋਂ ਬਾਅਦ ਪ੍ਰਿਯੰਕਾ ਰੈਡੀ ਦਾ ਹੋਇਆ ਜੀ, ਸ਼ੂਟ ਕੀਤੇ ਗਏ ਬੰਦੇ। ਮੈਂ ਇਹੀ ਚੀਜ਼ ਕਹਿ ਰਹੀ ਹਾਂ ਕਿ ਜੇਕਰ ਆਪਾਂ ਨੂੰ ਪਤਾ ਹੈ, ਮੈਂ 2 ਚੀਜ਼ਾਂ ਰੱਖ ਕੇ ਚੱਲੂੰਗੀ। ਕੀ ਹੁੰਦਾ ਕਿ ਕਈ ਵਾਰ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਦਬਾਅ ਪਾ ਦਿੰਦਾ ਜੀ, ਬਟ ਕੀ ਹੁੰਦਾ ਕਿ ਕਈ ਵਾਰ ਜਿਹੜੇ ਦੂਸਰੇ ਕੇਸ ਦੇ ਵਿੱਚ ਜਿਹੜੇ ਦੂਸਰਾ ਆਰੋਪੀ ਜਿਹਨੂੰ ਕਿਹਾ ਜਾਂਦਾ ਹੋ ਸਕਦਾ ਕਿ ਉਹ ਆਰੋਪੀ ਨਾ ਹੋਵੇ ਜੀ, ਸੋ ਕੁਛ ਟਾਈਮ ਤਾਂ ਲੱਗਦਾ ਹੈ। ਬਾਕੀ ਮੈਂ ਕਹੂੰਗੀ ਕਿ ਅਸੀਂ ਸਿਰਫ ਮੋਮਬੱਤੀਆਂ ਤੱਕ ਨਹੀਂ ਸੀਮਿਤ ਰਹਿਣਾ। ਮੈਂ ਮੋਦੀ ਜੀ ਤੱਕ ਅਗਰ ਮੇਰੀ ਆਵਾਜ਼ ਜਾਂਦੀ ਹੈ, ਮੈਂ ਉਹਨਾਂ ਨੂੰ ਕਹੂੰਗੀ ਜੇਕਰ ਕਿਸਾਨਾਂ ਦੇ ਬਿੱਲ ਦਾ ਕੋਈ ਮੁੱਦਾ ਹੈ ਰਾਤੋਂ ਰਾਤ ਕੱਢਿਆ ਜਾਂਦਾ, ਪਾਸ ਹੋ ਜਾਂਦਾ। ਉਸ ਤੋਂ ਬਾਅਦ ਨੋਟਬੰਦੀ ਹੁੰਦੀ ਹੈ, ਨੋਟਬੰਦੀ ਦੇ ਵਿੱਚ ਰਾਤੋਂ ਰਾਤ ਕਿਹਾ ਜਾਂਦਾ
ਨੋਟ ਬੰਦ ਹੋ ਜਾਂਦੇ ਨੇ, ਨਵੀਂ ਕਰੰਸੀਜ਼ ਆ ਜਾਂਦੀਆਂ। ਜੀ। ਜੇਕਰ ਇਹ ਸਭ ਚੀਜ਼ਾਂ ਮੋਦੀ ਸਾਹਿਬ ਕਰ ਸਕਦੇ ਨੇ ਤਾਂ ਕਿਆ ਇੱਕ ਜਿਵੇਂ ਕਿ ਲੜਕੀ ਦੇ ਨਾਲ ਬਲਾਤਕਾਰ ਹੋਇਆ, ਰੇਪ ਹੋਇਆ, ਕਿਆ ਰੇਪਿਸਟ ਦੇ ਨਾਲ ਇਹ ਕੁਝ ਨਹੀਂ ਹੋ ਸਕਦਾ ਕਿ ਉਹਦੇ ਲਈ ਕੋਈ ਠੋਸ ਕੋਈ ਸੰਵਿਧਾਨ ਦੇ ਵਿੱਚ, ਜਿਵੇਂ ਕਿ ਬਾਬਾ ਸਾਹਿਬ ਨੇ ਬਹੁਤ ਕੁਝ ਔਰਤਾਂ ਦੇ ਲਈ ਲਿਖਿਆ, ਸੋਲਿਡ ਚੀਜ਼ਾਂ ਅੱਜ ਜੋ ਅਸੀਂ ਆਪਣੀ, ਅਗਰ ਮੇਰੇ ਸਾਹਮਣੇ ਮਾਈਕ ਵੀ ਹੈ ਨਾ, ਤੇ ਮੈਂ ਬਾਬਾ ਸਾਹਿਬ ਦੀ, ਅੰਬੇਦਕਰ ਦੀ ਬੇਟੀ ਹਾਂ, ਉਹਨਾਂ ਦੀ ਵਜ੍ਹਾ ਦੇ ਨਾਲ ਅੱਜ ਅਸੀਂ ਇੱਥੇ ਬੈਠੇ ਹਾਂ। ਅਗਰ ਮੈਂ ਚਾਹੂੰਗੀ ਕਿ ਅਗਰ ਚੇਂਜਿਸ ਕਰਨੀ ਹੈ ਤਾਂ ਰੇਪਿਸਟ ਦੇ ਲਈ ਸਿਰਫ ਔਰ ਸਿਰਫ ਉਹਨੂੰ ਇਹੋ ਜਿਹੀ, ਮੈਂ ਕਹਿੰਦੀ ਹਾਂ ਕਿ ਫਾਂਸੀ ਨਹੀਂ, ਉਹਨੂੰ ਇਹੋ ਜਿਹੀ ਤੜਫਣਾ ਵਾਲੀ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿ ਉਹਨੂੰ ਦੇਖ ਕੇ ਕੋਈ ਦੂਜਾ ਬੰਦਾ ਕਰਨ ਲਈ 10 ਵਾਰ ਸੋਚੇ ਕਿ ਅਗਰ ਮੈਂ ਗਲਤੀ ਕਰਾਂਗਾ ਤਾਂ ਮੇਰੇ ਨਾਲ ਇਸ ਤੋਂ ਜ਼ਿਆਦਾ ਬੁਰਾ ਹਸ਼ਰ ਹੋਊਗਾ। ਤੇ ਮੋਦੀ ਜੀ ਸੰਵਿਧਾਨ ਦੇ ਵਿੱਚ ਇਹ ਵੀ ਚੇਂਜਸ ਲੈ ਕੇ ਆਓ, ਰੇਪਿਸਟ ਦੇ ਨਾਲ ਬੁਰੇ ਤੋਂ ਬੁਰਾ ਵਿਵਹਾਰ ਹੋਵੇ ਤੇ ਲੋਕ ਇਸ ਕਦਮ ਨੂੰ ਦੁਆਰਾ ਚੱਕਣ ਤੋਂ ਪਹਿਲਾਂ 100 ਵਾਰ ਸੋਚਣ। ਜੀ ਜੇਕਰ ਆਪਾਂ ਗੱਲ ਕਰੀਏ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ, ਜਿੱਥੇ ਅੱਜ ਉਹਨਾਂ ਨੇ ਠਾਕੁਰਾਂ ਦੇ ਲਈ, ਉਹਨਾਂ ਨੇ ਉਸ ਲੜਕੀ ਦੇ ਨਾਲ ਜਿਨ੍ਹਾਂ ਨੇ ਗਲਤ ਕੀਤਾ ਉਹਦੇ ਲਈ 25 ਲੱਖ ਰੁਪਏ ਦੀ ਅਮਾਊਂਟ ਦੀ, ਜੇ ਕਿਤੇ ਇੱਥੇ ਹੀ ਸਾਡਾ ਮੁਸਲਮਾਨ ਭਾਈਚਾਰਾ ਹੁੰਦਾ ਜੀ ਤੇ ਉਹਨਾਂ ਨੇ ਨਾਲ ਦੀ ਨਾਲ ਕੋਈ ਨਾ ਕੋਈ ਪਨਿਸ਼ਮੈਂਟ ਸੁਣਾ ਦੇਣੀ ਸੀ। ਬਟ ਜਦੋਂ ਗੱਲ ਹੁੰਦੀ ਹੈ ਗਊ ਹੱਤਿਆ ਦੀ ਤਾਂ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨਾਲ ਦੀ ਨਾਲ ਐਕਸ਼ਨ ਲੈਂਦੇ ਨੇ, ਪਰ ਜਦੋਂ ਗੱਲ ਆਈ ਹੈ ਇੱਥੇ ਦਲਿਤ ਬੱਚੀ ਦੀ ਤਾਂ ਇੱਥੇ ਨਰਿੰਦਰ ਮੋਦੀ ਜੀ ਨੇ ਚੁੱਪੀ ਸਾਧ ਦਿਓ। ਜੇਕਰ ਗੱਲ ਕਰੀਏ ਸਾਡੇ ਮਾਨਨੀय ਰਾਸ਼ਟਰਪਤੀ ਜੀ ਦੀ, ਤੇ ਉਹ ਵੀ ਐਸੀ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ, ਉਹਨਾਂ ਨੇ ਬਿਲਕੁਲ ਹੀ ਇੱਥੇ ਉਹਨਾਂ ਦੇ ਵਿਰੁੱਧ ਆਵਾਜ਼ ਨਹੀਂ ਚੱਕੀ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਪਹਿਲਾਂ ਤਾਂ ਆਪਣੇ ਰਾਸ਼ਟਰਪਤੀ ਜੀ ਨੂੰ ਕਹੂੰਗੀ ਕਿ ਇੱਕ ਕਥਿਤ ਪੁਤਲੀ ਨਾ ਬਣੋ ਜੀ, ਕਿ ਪੁਤਲੀ ਨਹੀਂ ਬਣਨਾ ਚਾਹੀਦਾ। ਦੂਸਰੀ ਗੱਲ, ਮੇਰੀ ਅੱਜ ਤੋਂ ਹਫਤਾ ਪਹਿਲਾਂ ਵੀ ਸਟੇਟਮੈਂਟ ਆਈ ਸੀ, ਉਸ ਸਟੇਟਮੈਂਟ ਦੇ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਜਾਤੀਵਾਦ ਤੋਂ ਉੱਠ ਕੇ ਕੰਮ ਕਰੋ। ਬੇਟੀ ਸੀ ਉਹ, ਕਿਸੇ ਦੀ ਭੈਣ ਸੀ ਉਹ, ਕਿਸੇ ਦੀ ਸਿਸਟਰ ਸੀਗੀ ਉਹ, ਕਿਸੇ ਦੀ ਡਾਟਰ ਸੀ। ਆਪਾਂ ਇਸ ਬੇਟੀ ਨੂੰ, ਮੈਂ ਕਹਿ ਰਹੀ ਹਾਂ ਕਿ ਕਈਆਂ ਨੇ ਲਿਖਿਆ ਮਨੀਸ਼ਾ ਵਾਲਮੀਕੀ, ਮੈਂ ਗੱਲ ਕਹਿ ਰਹੀ ਹਾਂ ਸਾਡੀ ਹਿੰਦੁਸਤਾਨ ਦੀ ਬੇਟੀ ਸੀ, ਆਪਾਂ ਉਹਨੂੰ ਜਾਤੀਵਾਦ ਦੇ ਲੈਵਲ ਤੋਂ ਉੱਪਰ ਉੱਠ ਕੇ ਦੇਖੀਏ। ਬਾਕੀ ਗੱਲ ਰਹੀ, ਮੈਂ ਹਮੇਸ਼ਾ ਜਿਹੜੀ ਮੇਰੀ ਸੋਚ ਹੈ ਨਾ, ਮੇਰੀ ਸੋਚ ਹਮੇਸ਼ਾ ਜਾਤੀਵਾਦ ਤੋਂ ਉੱਪਰ ਦੀ ਸੋਚ ਹੈ। ਮੈਂ ਇਹ ਗੱਲ ਕਹਿ ਰਹੀ ਹਾਂ ਕਿ ਜੇਕਰ ਕਿਸੇ ਦੀ ਵੀ ਬੇਟੀ ਨਾਲ ਹੈ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਮੁਸਲਮਾਨ ਹੈ, ਚਾਹੇ ਕ੍ਰਿਸਚਨ ਹੈ, ਚਾਹੇ ਸਿੱਖ ਹੈ, ਚਾਹੇ ਪਾਰਸੀ ਹੈ, ਚਾਹੇ ਕੋਈ ਵੀ ਹੈ, ਬੇਟੀ ਸਾਰੇ ਦੀ ਸਾਂਝੀ ਹੈ। ਔਰ ਉਸ ਬੇਟੀ ਦੇ ਨਾਲ ਹੋਇਆ ਉਹ ਹਿੰਦੁਸਤਾਨ ਦੀ ਬੇਟੀ ਸੀ। ਬਾਕੀ ਕਹਿੰਦੇ ਕਿਸੇ ਦੇ ਦੁੱਖ ਨੂੰ ਪੈਸੇ ਦੇ ਕੇ ਨਹੀਂ ਪੂਰਾ ਕੀਤਾ ਜਾ ਸਕਦਾ, ਚਾਹੇ ਉਹ 25 ਲੱਖ ਹੋ। ਉਸ ਮਾਂ ਨੂੰ ਪੁੱਛ ਕੇ ਦੇਖੋ ਜਿਹਦੀ ਬੇਟੀ ਨੂੰ 2:30 ਵਜੇ ਰਾਤੀ ਜਲਾਇਆ ਗਿਆ। ਬਹੁਤ ਰਸਮਾਂ ਹੁੰਦੀਆਂ, ਬੜੇ ਰਿਚੁਅਲਸ ਹੁੰਦੇ ਨੇ ਜਿਨ੍ਹਾਂ ਨੂੰ ਕਰਨਾ ਹੁੰਦਾ। ਉਹ ਮਾਂ ਸਾਰਾ ਟਾਈਮ ਔਰ ਉਹ ਫਾਦਰ ਹਮੇਸ਼ਾ ਇਹੀ ਸੋਚਦਾ ਰਹੇਗਾ ਕਿ ਮੇਰੀ ਬੇਟੀ ਅਗਰ ਮੈਨੂੰ ਮਿਲ ਜਾਂਦੀ ਜਾਂ ਸਾਨੂੰ ਠੀਕ ਹੋ ਜਾਂਦੀ ਜਾਂ ਉਹਦੀ ਲਾਸ਼ ਹੀ ਸਾਨੂੰ ਦੇ ਦਿੰਦੇ ਤਾਂ ਅਸੀਂ ਜਿਹੜੇ ਆਪਣੇ ਰਸਮ ਰਿਵਾਜ ਕਰ ਲੈਂਦੇ। ਮੈਂ ਇਹ ਚੀਜ਼ ਕਹੂੰਗੀ ਯੋਗੀ ਜੀ ਨੂੰ ਕਿ ਤੁਸੀਂ 2:30 ਵਜੇ ਰਾਤ ਨੂੰ ਜਲਵਾਇਆ ਜ਼ਰੂਰ, ਕਿਉਂਕਿ ਜੋ ਤੁਸੀਂ ਉੱਥੇ ਸੀ ਤੁਸੀਂ ਹੀ ਜਲਵਾਇਆ, ਪਰ ਕਿਉਂ, ਕਿਸ ਵਜ੍ਹਾ ਦੇ ਨਾਲ? ਇਹਦਾ ਮਤਲਬ ਕੁਛ ਨਾ ਕੁਛ ਤੁਸੀਂ ਉਸ ਪ੍ਰੂਫਸ ਨੂੰ ਖਤਮ ਕਰਨਾ ਚਾਹੁੰਦੇ ਸੀ। ਉੱਥੇ ਦੇ ਪੁਲਿਸ ਮਹਿਕਮਾ ਕਹਿੰਦਾ ਹੈ ਕਿ ਅਸੀਂ ਤਾਂ ਕਰਵਾ ਦਿੱਤਾ ਕਿ ਸਵੇਰੇ ਕਿਤੇ ਨਾ ਕਿਤੇ ਲੜਾਈਆਂ ਨਾ ਹੋ ਜਾਣ, ਕੋਈ ਆਪਸ 'ਚ ਗਰਮਜੋਸ਼ੀ ਨਾ ਹੋ ਜਾਏ। ਅਰੇ ਗਰਮਜੋਸ਼ੀ ਤਾਂ ਹੋਣੀ ਹੈ ਜਿਸ ਦੀ ਬੇਟੀ ਦੇ ਨਾਲ ਕੁਝ ਹੋਇਆ, ਉਸ ਦੇ ਪਰਿਵਾਰ ਨੇ, ਉਸ ਸਮਾਜ ਨੇ ਕੁਛ ਨਾ ਕੁਛ ਤਾਂ ਕਦਮ ਚੱਕਣਾ ਹੈ। ਸੋ ਮੈਂ ਇਹ ਗੱਲ ਕਹੂੰਗੀ, ਚਾਹੇ ਉਹ ਠਾਕੁਰ ਹੈ, ਚਾਹੇ ਉਹ ਦਲਿਤ ਸਮਾਜ ਹੈ, ਚਾਹੇ ਕੋਈ ਵੀ ਹੈ, ਬੇਟੀ ਸਭ ਦੀ ਸਾਂਝੀ ਸੀ। ਔਰ ਉਹ ਇੱਕ ਬੇਟੀ ਦੇ ਨਾਲ ਨਹੀਂ, ਕੱਲ੍ਹ ਨੂੰ ਸਾਡੀਆਂ ਬੇਟੀਆਂ ਵੈ, ਅੱਜ ਅਸੀਂ ਉਹਦੇ ਲਈ ਆਵਾਜ਼ ਨਹੀਂ ਚੱਕਾਂਗੇ ਤਾਂ ਫਿਰ ਆਪਾਂ ਜਾਤੀਵਾਦ ਦੇ ਵਿੱਚ ਫਸੇ ਰਵਾਂਗੇ ਔਰ ਬੇਟੀਆਂ ਨੂੰ ਕਦੀ ਵੀ ਇਨਸਾਫ ਨਹੀਂ ਮਿਲ ਪਾਏਗਾ। ਮਨੀਸ਼ਾ ਜੀ, ਸਿਟੀ ਲਾਈਵ ਚੈਨਲ ਦੇ ਜ਼ਰੀਏ ਤੁਸੀਂ ਸਾਡੇ ਭਾਰਤ ਭਰ ਦੀਆਂ ਮਹਿਲਾਵਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਮੈਂ ਸਾਰੀ ਨਾਰੀ ਸ਼ਕਤੀ ਨੂੰ ਹੱਥ ਜੋੜ ਕੇ ਇੱਕੋ ਹੀ ਅਪੀਲ ਕਰਦੀ ਹਾਂ, ਅੱਜ ਸਾਨੂੰ ਇੱਕ ਹੋਣਾ ਪਊਗਾ। ਨਾਰੀ ਸ਼ਕਤੀ ਨੂੰ ਆਪਣੇ ਹੱਕਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰਨੀ ਪਊਗੀ। ਔਰ ਮੈਂ ਇਹ ਚੀਜ਼ ਕਹੂੰਗੀ ਕਿ ਸਿਰਫ ਔਰ ਸਿਰਫ ਜਿੰਨਾ ਮਰਜ਼ੀ ਕਹਿ ਲਓ ਕਿ ਪੁਰਸ਼ ਪ੍ਰਧਾਨ ਸਮਾਜ, ਇਸਤਰੀਆਂ ਅੱਜ ਅੱਗੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਤੁਸੀਂ ਸਾਡੇ ਲਈ ਕਿਤੇ ਨਾ ਕਿਤੇ ਆਪਸ 'ਚ ਇੱਕ ਦੀਵਾਰ ਜ਼ਰੂਰ ਖੜੀ ਕਰ ਰਹੇ ਹੈ। ਔਰ ਬੇਟੀਆਂ ਦੇ ਲਈ ਮੈਂ ਕਹਿ ਰਹੀ ਹਾਂ ਕਿ ਮਾਹੌਲ, ਅਗਰ ਅਸੀਂ ਟੈਕਸ ਪੇ ਕਰਦੇ ਹਾਂ, ਸਾਰਾ ਕੁਝ ਕਰਦੇ ਹਾਂ, ਪੁਲਿਸ ਪ੍ਰਸ਼ਾਸਨ ਹੈ, ਤਾਂ ਫਿਰ ਇਹੋ ਜਿਹਾ ਮਾਹੌਲ ਕਿਉਂ ਨਹੀਂ ਦਿੱਤਾ ਜਾਂਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਫ੍ਰੀਲੀ ਭੇਜ ਸਕੀਏ। ਸੋ ਇੱਦਾਂ ਦਾ ਮਾਹੌਲ ਰਾਸ਼ਟਰਪਤੀ ਜੀ ਨੂੰ ਵੀ ਔਰ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਵੀ, ਚਾਹੇ ਉਹ ਸਟੇਟ ਦਾ ਹੈ ਚਾਹੇ ਕੋਈ ਸਾਡੇ ਸੈਂਟਰ ਦਾ ਹੈ, ਮੈਂ ਤਾਂ ਇਹ ਗੱਲ ਕਹੂੰਗੀ ਕਿ ਜਿਹਦੇ ਕੋਲ ਵੀ ਜਿਹੜਾ ਸੱਤਾ ਦਾ ਮਾਲਕ ਬਣਦਾ ਹੈ, ਉਹਦੀ ਫਸਟ ਡਿਊਟੀ ਬਣਦੀ ਹੈ ਕਿ ਔਰਤਾਂ ਦੀ ਸੇਫਟੀ ਨੂੰ ਫਸਟ ਪ੍ਰਾਇੋਰਟੀ ਦੇਣੀ ਚਾਹੀਦੀ ਹੈ।
ਆਉਣ ਵਾਲੇ ਸਮੇਂ ਦੇ ਵਿੱਚ ਮਹਿਲਾਵਾਂ ਦੇ ਲਈ ਮਨੀਸ਼ਾ ਜੀ ਕੀ ਕਦਮ ਚੁੱਕ ਰਹੇ ਨੇ ਤੇ ਕਿਸ ਮੁੱਦੇ ਦੇ ਉੱਤੇ ਔਰਤਾਂ ਦੇ ਲਈ ਉਹ ਆਵਾਜ਼ ਚੱਕਦੇ ਨੇ, ਉਸ ਦੇ ਨਾਲ ਜਾਣਨ ਦੇ ਲਈ ਤੁਸੀਂ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ। ਸਿਟੀ ਲਾਈਵ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲੋ। ਸਿਟੀ ਲਾਈਵ ਤੋਂ ਮੈਂ ਅਨੂ ਸ਼ਰਮਾ, ਕੈਮਰਾਮੈਨ ਗੁਰਪ੍ਰੀਤ ਸਿੰਘ ਢਿੱਲੋਂ।